ਸ਼੍ਰੀ ਅਕਾਲ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਪੱਛਮੀ ਅਫਰੀਕਾ ਦੀ ਰਾਜਧਾਨੀ ਪੋਰਟੋ ਨੋਵੋ ਦੇ ਵਿੱਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ ਲੱਗਣ ਦੇ ਕਾਰਨ 35 ਲੋਕਾਂ ਦੀ ਹੋਈ ਮੌਤ। ਵੱਡੀ ਗਿਣਤੀ ਵਿੱਚ ਜ਼ਖਮੀ ਲੋਕਾਂ ਨੂੰ ਪਹੁੰਚਾਇਆ ਗਿਆ ਹਸਪਤਾਲ। ਬਾਈਡਨ ਪ੍ਰਸ਼ਾਸਨ ਨੇ ਇਸ ਹਫ਼ਤੇ ਇਜ਼ਰਾਈਲ ਨੂੰ ਇੱਕ ਵਿਸ਼ੇਸ਼ ਕਲੱਬ ਦੇ ਵਿੱਚ ਸ਼ਾਮਲ ਕਰਨ ਲਈ ਤਿਆਰ। ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਅਮਰੀਕਾ ਆਉਣ ਦੀ ਹੋਵੇਗੀ ਇਜਾਜ਼ਤ। ਪਾਕਿਸਤਾਨ ਦੇ ਪੂਰਬੀ ਪ੍ਰਾਂਤ ਵਿੱਚ ਵੱਡਾ ਰੇਲ ਹਾਦਸਾ। ਯਾਤਰੀ ਗੱਡੀ ਅਤੇ ਮਾਲ ਗੱਡੀ ਦੀ ਆਪਸ ਦੇ ਵਿੱਚ ਹੋਈ ਜ਼ਬਰਦਸਤ ਟੱਕਰ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੱਛਮੀ ਅਫਰੀਕਾ ਦੇ ਬੇਨਿਨ ਦੀ ਰਾਜਧਾਨੀ ਪੋਰਟੋ ਨੋਵੋ ਦੇ ਵਿੱਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗੀ ਅਤੇ 35 ਲੋਕਾਂ ਦੀ ਮੌਤ ਹੋਈ ਹੈ। ਵੱਡੀ ਗਿਣਤੀ ਵਿੱਚ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਹੈ। ਅੱਗ ਇੰਨੀ ਭਿਆਨਕ ਸੀ ਕਿ ਜ਼ਿਆਦਾਤਰ ਲੋਕਾਂ ਨੂੰ ਭੱਜਣ ਅਤੇ ਖੁਦ ਨੂੰ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ। ਅੱਗ ਲੱਗਣ ਤੋਂ ਬਾਅਦ ਅਸਮਾਨ ਦੇ ਵਿੱਚ ਵੱਡੀਆਂ ਲਾਟਾਂ ਅਤੇ ਕਾਲਾ ਧੂੰਆਂ ਉੱਡਦਾ ਵੇਖਿਆ ਜਾ ਸਕਦਾ ਹੈ। ਬਚਾਅ ਅਤੇ ਰਾਹਤ ਟੀਮਾਂ ਦੇ ਨਾਲ ਫਾਇਰ ਵਿਭਾਗ ਦੇ ਕਰਮਚਾਰੀ ਅੱਗ ਬੁਝਾਉਣ ਅਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਘੰਟਿਆਂ ਬੱਧੀ ਰੁੱਝੇ ਰਹੇ। ਇਹ ਘਟਨਾ ਬੇਨਿਨ ਦੇ ਪੋਰਟੋ ਨੋਵੋ ਦੇ ਵਿੱਚ ਵਾਪਰੀ। ਇੱਥੇ ਸਥਿਤ ਵਪਾਰਕ ਇਮਾਰਤ ਵਿੱਚ ਅੱਗ ਲੱਗੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਹੁਣ ਤੱਕ ਘੱਟੋ-ਘੱਟ 35 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਮੌਕੇ ਉੱਤੇ ਹੋਰ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਬੇਨਿਨ ਦੇ ਰਾਜ ਪ੍ਰਸਾਰਕ ਦੁਆਰਾ ਜਾਰੀ ਕੀਤੇ ਗਏ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਅੱਗ ਬੁਝਾਉਣ ਤੋਂ ਬਾਅਦ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਨੇੜੇ ਖੜੀਆਂ ਕਈ ਕਾਰਾਂ ਅਤੇ ਮੋਟਰਸਾਈਕਲ ਵੀ ਤਬਾਹ ਹੋਏ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਡਿਲੀਵਰਿੰਗ ਫਾਰ ਡਿਵੈਲਪਮੈਂਟ ਸਮਾਗਮ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ G20 ਸੰਮੇਲਨ ਨੂੰ ਬਰਕਰਾਰ ਰੱਖਣ ਲਈ ਭਾਰਤ ਦੇ ਦ੍ਰਿੜ ਇਰਾਦੇ ਅਤੇ ਇਸ ਦੇ ਮੁੱਖ ਉਦੇਸ਼ਾਂ ਬਾਰੇ ਚਰਚਾ ਕਰਕੇ ਸ਼ੁਰੂਆਤ ਕੀਤੀ। G20 ਸੰਮੇਲਨ ਦੇ ਵਿੱਚ ਸਾਰਿਆਂ ਦੀ ਮੌਜੂਦਗੀ ਬਾਰੇ ਜੈਸ਼ੰਕਰ ਨੇ ਕਿਹਾ ਹੈ ਕਿ ਸਭ ਦੀ ਮੌਜੂਦਗੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਉਹਨਾਂ ਕਿਹਾ ਹੈ ਕਿ ਇਹ ਇੱਕ ਚੁਣੌਤੀਪੂਰਨ ਸੰਮੇਲਨ ਸੀ। ਇਹ ਅਸਲ ਦੇ ਵਿੱਚ ਇੱਕ ਚੁਣੌਤੀਪੂਰਨ ਪ੍ਰਧਾਨਗੀ ਵੀ ਹੈ। We meet just a few weeks after the New Delhi G20 summit, a summit which took place on the theme of One Earth, One Family, One Future. Now, it was a challenging summit. It was actually a challenging presidency. And it was challenging because we were confronting a very sharp east-west polarization as well as a very deep north-south divide. But we were very determined as the presidency of the G20 to make sure that this organization on which the world really had put so much hope, that this was able to get back to its core agenda, and its core agenda was of global growth and development. So it was appropriate that we started our G20 presidency by convening the Voice of the Global South Summit, an exercise which involved 125 nations of the South, of which most of you in some capacity participated. Now, during the course of that exercise and the deliberations which took place through the various ministerial tracks and engagement groups, it was very clear to us that the Global South, in addition to bearing the consequences of structural inequities and historical burdens, was plagued by the impact of mercantilism and economic concentration, was suffering from the devastating consequences of the COVID. ਬਾਈਡਨ ਪ੍ਰਸ਼ਾਸਨ ਇਸ ਹਫ਼ਤੇ ਇਜ਼ਰਾਈਲ ਨੂੰ ਇੱਕ ਵਿਸ਼ੇਸ਼ ਕਲੱਬ ਦੇ ਵਿੱਚ ਸ਼ਾਮਲ ਕਰਨ ਲਈ ਤਿਆਰ ਹੈ।
ਜਿਸ ਦੇ ਤਹਿਤ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਪ੍ਰੋਗਰਾਮ ਦੇ ਵਿੱਚ ਇਜ਼ਰਾਈਲ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਇਸ ਹਫ਼ਤੇ ਦੇ ਅੰਤ ਵਿੱਚ ਕਰਨ ਦੀ ਯੋਜਨਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਵਿੱਚ ਜ਼ਿਆਦਾਤਰ ਯੂਰਪੀਅਨ ਅਤੇ ਏਸ਼ੀਆਈ ਹਨ ਅਤੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ 3 ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਕੈਨੇਡਾ ਸਥਿਤ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇੱਕ ਸਪੀਚ ਦਿੱਤੀ, ਇੱਕ ਸਟੇਟਮੈਂਟ ਦਿੱਤੀ, ਜਿਸ ਨੇ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚਾ ਦਿੱਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਬਿਆਨ ਤੋਂ ਬਾਅਦ ਭਾਰਤ ਦੇ ਵਿੱਚ ਵੀ ਜੋ ਸਿਆਸੀ ਮਾਹੌਲ ਹੈ ਉਹ ਕਾਫੀ ਭਖਿਆ, ਪਰ ਇੱਕ ਸਵਾਲ ਵਾਰ-ਵਾਰ ਉੱਠ ਰਿਹਾ ਹੈ ਕਿ ਸਿੱਖਾਂ ਖਿਲਾਫ ਵੀ ਵਾਰ-ਵਾਰ ਭਾਰਤ ਦੀਆਂ ਸਰਕਾਰਾਂ ਗੈਰ ਮਨੁੱਖੀ ਵਤੀਰਾ ਕਿਉਂ ਅਪਣਾਉਂਦੀਆਂ ਨੇ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਭਾਰਤ ਦਾ ਗੋਦੀ ਮੀਡੀਆ ਪਾਕਿਸਤਾਨ ਨੂੰ ਅੱਤਵਾਦ ਦਾ ਅੱਡਾ ਕਹਿੰਦਾ ਰਿਹਾ ਹੈ ਤੇ ਉਹ ਪਹੁੰਚ ਹੁਣ ਕੈਨੇਡਾ ਦੇ ਮਾਮਲੇ ਵਿੱਚ ਵੀ ਹੋ ਰਹੀ ਹੈ। ਪਾਕਿਸਤਾਨ ਦੇ ਮਾਮਲੇ ਵਿੱਚ ਭਾਵੇਂ ਉਸ ਦੇ ਨਾਲ ਕੋਈ ਮੁਲਕ ਖੜਾ ਨਾ ਹੋਇਆ ਹੋਵੇ, ਪਰ ਕੈਨੇਡਾ ਦੇ ਨਾਲ ਦੁਨੀਆ ਦਾ ਸਭ ਤੋਂ ਤਾਕਤਵਰ ਮੰਨਿਆ ਜਾਣ ਵਾਲਾ ਮੁਲਕ ਅਮਰੀਕਾ ਤੇ ਦੂਜੇ ਵਿਕਸਿਤ ਮੁਲਕ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਨਾਲ ਖੜੇ ਨੇ। ਕੈਨੇਡਾ ਸਣੇ ਇਹਨਾਂ 5 ਮੁਲਕਾਂ ਨੂੰ I5 ਕੰਟਰੀਜ਼ ਕਿਹਾ ਜਾਂਦਾ ਹੈ ਤੇ ਇਸ ਗਰੁੱਪ ਦੇ ਮੁਲਕ ਆਪਸ ਦੇ ਵਿੱਚ ਖੂਫੀਆ ਜਾਣਕਾਰੀ ਸਾਂਝੀ ਕਰਦੇ ਨੇ। ਦੁਨੀਆ ਦੇ ਮਸ਼ਹੂਰ ਮੀਡੀਆ ਅਦਾਰੇ ਫਾਈਨੈਂਸ਼ੀਅਲ ਟਾਈਮਜ਼ ਨੇ ਆਪਣੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਭਾਈ ਨਿੱਜਰ ਦੇ ਕਤਲ ਦਾ ਮੁੱਦਾ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੋਲ ਚੁੱਕਿਆ ਸੀ। ਉਸਨੇ ਮੋਦੀ ਨੂੰ ਕਿਹਾ ਸੀ ਕਿ ਮੁੱਖ ਧਾਰਾ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਦੂਜੇ ਦੇਸ਼ ਵਿੱਚ ਜਾ ਕੇ ਨਿਸ਼ਾਨਾ ਬਣਾਉਣ ਦੀ ਹਰਕਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਕਤਲ ਕੈਨੇਡਾ ਵਿੱਚ ਹੋਇਆ ਤੇ ਮੋਦੀ ਕੋਲ ਮੁੱਦਾ ਚੁੱਕ ਰਿਹਾ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ, ਜੋ ਕਿ ਕੋਈ ਛੋਟੀ ਗੱਲ ਨਹੀਂ ਹੈ। ਭਾਰਤ ਦੇ ਨਾਮਵਰ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੀ ਇੱਕ ਪੇਸ਼ਕਾਰੀ ਵਿੱਚ ਕਿਹਾ ਹੈ ਕਿ ਕੌਮਾਂਤਰੀ ਪੱਧਰ ਉੱਪਰ ਇਹ ਭਾਰਤ ਦੀ ਇੱਕ ਕੂਟਨੀਤਿਕ ਹਾਰ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਨੇ ਕਈ ਹੋਰ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਇਸ ਵਿੱਚ ਅੱਗੇ ਲਿਖਿਆ ਹੈ ਕਿ ਹਾਲ ਹੀ 'ਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਹੋਈ G20 ਸਿਖਰ ਕਾਨਫਰੰਸ ਦੌਰਾਨ ਹੋਈ ਵਿਚਾਰ ਚਰਚਾ ਵਿੱਚ ਭਾਈ ਨਿੱਜਰ ਦੇ ਕਤਲ ਦਾ ਮੁੱਦਾ ਵੀ ਛੇੜਿਆ ਗਿਆ। ਇਹ ਮੁੱਦਾ I5 ਮੁਲਕਾਂ ਨੇ ਭਾਰਤ ਦੇ ਕੋਲ ਚੁੱਕਿਆ। ਇਸ ਮੌਕੇ ਬਾਈਡਨ ਨੇ ਕਿਹਾ ਹੈ ਕਿ ਉਹ ਮਹਿਸੂਸ ਕਰਦੇ ਨੇ ਕਿ ਇਹ ਮੁੱਦਾ ਮੋਦੀ ਕੋਲ ਚੁੱਕਣਾ ਜ਼ਰੂਰੀ ਸੀ। ਕੈਨੇਡਾ ਵੱਲੋਂ ਬਾਕੀ I5 ਦੇਸ਼ਾਂ ਨੂੰ ਬੇਨਤੀ ਕਰਨ ਤੇ ਆਪਣੀ ਚਿੰਤਾ ਜ਼ਾਹਿਰ ਕਰਨ ਤੋਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ। ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ਰੱਖਣ ਵਾਲੇ ਉਹਨਾਂ 3 ਬੰਦਿਆਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ ਜੋ G20 ਮੀਟਿੰਗ 'ਚ ਹੋਈ ਵਿਚਾਰ ਚਰਚਾ ਤੋਂ ਵਾਕਿਫ ਨੇ। ਟਰੂਡੋ ਨੇ ਵੀ ਕਿਹਾ ਹੈ ਕਿ ਇਸ ਮੀਟਿੰਗ ਦੌਰਾਨ ਉਹਨਾਂ ਨੇ ਮੋਦੀ ਕੋਲ ਇਹ ਮਾਮਲਾ ਚੁੱਕਿਆ ਸੀ। ਉਧਰ ਬਾਈਡਨ ਦੇ ਨੁਮਾਇੰਦੇ ਨੇ ਵੀ ਇਸ ਖੁਲਾਸੇ ਬਾਰੇ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਹੈ ਕਿ ਕੋਈ ਟਿੱਪਣੀ ਨਾ ਕਰਨਾ ਇਹਨਾਂ ਖੁਲਾਸਿਆਂ ਵਿਚਲੀ ਸੱਚਾਈ ਦੀ ਪ੍ਰੋੜਤਾ ਕਰਦਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਨੇ ਕੈਨੇਡਾ ਤੋਂ ਪਹਿਲਾਂ ਇਸ ਮੁੱਦੇ ਬਾਰੇ ਜਨਤਕ ਤੌਰ ਤੇ ਬੋਲਣਾ ਠੀਕ ਨਹੀਂ ਸਮਝਿਆ। ਉਸ ਦਾ ਖਦਸ਼ਾ ਸੀ ਕਿ ਅਜਿਹਾ ਕਰਨ ਨਾਲ ਕੈਨੇਡਾ ਵੱਲੋਂ ਕੀਤੀ ਜਾ ਰਹੀ ਪੜਤਾਲ ਵਿੱਚ ਕਾਨੂੰਨੀ ਅੜਚਨ ਆ ਸਕਦੀ ਹੈ। ਜਿਵੇਂ ਹੀ ਟਰੂਡੋ ਨੇ ਇਸ ਬਾਰੇ ਮੂੰਹ ਖੋਲ੍ਹਿਆ, ਅਮਰੀਕਾ ਨੇ ਵੀ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ। ਸੂਤਰਾਂ ਦੇ ਹਵਾਲੇ ਨਾਲ ਮਿਲੀ ਰਿਪੋਰਟ ਦੇ ਵਿੱਚ ਪਤਾ ਲੱਗਿਆ ਹੈ ਕਿ ਅਮਰੀਕਾ ਨੇ ਇਸ ਕਤਲ ਵਿੱਚ ਕੈਨੇਡਾ ਨੂੰ ਕੁਝ ਸਬੂਤ ਵੀ ਦਿੱਤੇ ਨੇ। ਕੈਨੇਡਾ ਨੇ ਇਸ ਬਾਰੇ ਅੱਗੋਂ ਭਾਰਤ ਨੂੰ ਦੱਸਿਆ ਤੇ ਬਕਾਇਦਾ ਇਹ ਮੁੱਦਾ ਭਾਰਤ ਕੋਲ ਚੁੱਕਿਆ ਹੈ। ਇਸ ਤੋਂ ਬਾਅਦ ਹੋਰ ਆਲਮੀ ਆਗੂਆਂ ਨੇ ਵੀ ਕੈਨੇਡਾ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਘਟਨਾ ਚੱਕਰ ਵਿੱਚ ਭਾਰਤ ਕੂਟਨੀਤਿਕ ਪੱਧਰ ਤੇ ਅਲੱਗ-ਥਲੱਗ ਪੈਂਦਾ ਦਿਖਾਈ ਦੇ ਰਿਹਾ ਹੈ। ਭਾਰਤ ਵਿੱਚ ਇਸ ਗੱਲ ਨੂੰ ਕਿਸੇ ਵੀ ਵਿਸ਼ਲੇਸ਼ਣ ਵਿੱਚ ਛੇੜਿਆ ਨਹੀਂ ਜਾ ਰਿਹਾ। ਤੱਥ ਜੋ ਸਭ ਦੇ ਸਾਹਮਣੇ ਜਗ ਜ਼ਾਹਿਰ ਹੋ ਰਹੇ ਨੇ, ਉਹਨਾਂ ਨੂੰ ਭਾਰਤ ਦੇ ਵਿੱਚ ਲੁਕਾਇਆ ਜਾ ਰਿਹਾ ਹੈ ਤੇ ਮੀਡੀਆ ਇਸ ਮਾਮਲੇ 'ਚ ਮੋਦੀ ਸਰਕਾਰ ਦਾ ਡਟ ਕੇ ਸਾਥ ਦੇ ਰਿਹਾ ਹੈ। ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੈਕ ਸੁਲੀਵਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਇਸ ਮਾਮਲੇ ਵਿੱਚ ਕੋਈ ਵਿਸ਼ੇਸ਼ ਰਿਆਇਤ ਨਹੀਂ ਦੇ ਰਿਹਾ। ਇਸ ਬਿਆਨ ਨੇ ਸੂਤਰਾਂ ਦੀ ਕਥਨੀ ਦੀ ਇੱਕ ਤਰ੍ਹਾਂ ਨਾਲ ਪੁਸ਼ਟੀ ਕੀਤੀ ਹੈ। ਅਮਰੀਕਾ ਤੇ ਕੈਨੇਡਾ ਇਸ ਮਾਮਲੇ ਦੇ ਵਿੱਚ ਇਕੱਠੇ ਨੇ, ਪਰ ਭਾਰਤ ਸਿਰਫ ਕੈਨੇਡਾ ਨੂੰ ਹੀ ਨਹੀਂ ਜਵਾਬ ਦੇ ਰਿਹਾ, ਬਲਕਿ ਬਾਕੀ ਮੁਲਕਾਂ ਦੇ ਕੋਲ ਵੀ ਚੁੱਪ ਹੈ। ਭਾਰਤ ਦੇ ਵਿਦੇਸ਼ ਮਹਿਕਮੇ ਨੇ ਇਸ ਪਹਿਲੂ ਬਾਰੇ ਇੱਕ ਸ਼ਬਦ ਤੱਕ ਨਹੀਂ ਬੋਲਿਆ। ਜਦੋਂ ਸੁਲੀਵਨ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਉਸ ਵੱਲੋਂ ਦਿੱਤਾ ਜਾ ਰਿਹਾ ਦਖਲ ਭਾਰਤ ਨਾਲ ਰਿਸ਼ਤਿਆਂ ਵਿੱਚ ਕੋਈ ਅੜਚਨ ਪੈਦਾ ਕਰ ਸਕਦਾ ਹੈ, ਤਾਂ ਉਸਨੇ ਚਾਹੇ ਕੋਈ ਵੀ ਮੁਲਕ ਹੋਵੇ, ਅਮਰੀਕਾ ਆਪਣੇ ਉਸੂਲਾਂ ਉੱਪਰ
ਖੜਾ ਰਹੇਗਾ, ਇਹ ਜਵਾਬ ਦਿੱਤਾ। ਉਸਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਕਿਸੇ ਵੀ ਮੁਲਕ ਨੂੰ ਕੋਈ ਰਿਆਇਤ ਨਹੀਂ ਦੇਣਗੇ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਹ ਕੈਨੇਡਾ ਜਿਹੇ ਆਪਣੇ ਮਿੱਤਰ ਦੇਸ਼ਾਂ ਨਾਲ ਇਸ ਮਾਮਲੇ ਦੇ ਵਿੱਚ ਕਾਰਵਾਈ ਦੌਰਾਨ ਸਿਆਸੀ ਅਤੇ ਕਾਨੂੰਨੀ ਉਪਚਾਰਾਂ ਲਈ ਗਹਿਰੀ ਵਿਚਾਰ ਚਰਚਾ ਕਰੇਗਾ। ਉਸਨੇ ਕਿਹਾ ਕਿ ਅਜਿਹੀ ਰਿਪੋਰਟਾਂ ਝੂਠੀਆਂ ਨੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਇਸ ਮੁੱਦੇ ਉੱਪਰ ਕੈਨੇਡਾ ਦੇ ਨਾਲ ਮਤਭੇਦ ਰੱਖਦਾ ਹੈ। ਇਸ ਤਰ੍ਹਾਂ ਕੌਮਾਂਤਰੀ ਪੱਧਰ ਤੇ ਭਾਰਤ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ, ਪਰ ਨਾ ਤਾਂ ਵਿਦੇਸ਼ ਮੰਤਰੀ ਬੋਲ ਰਿਹਾ ਤੇ ਨਾ ਖੁਦ ਮੋਦੀ ਸਨਾਤਨ ਧਰਮ ਦੀ ਵਿਆਖਿਆ ਕਰਨ ਵਿੱਚ ਮਸ਼ਰੂਫ ਨੇ, ਪਰ ਜਿਸ ਮੁੱਦੇ ਤੇ ਭਾਰਤ ਦੀ ਕਿਰਕਿਰੀ ਹੋ ਰਹੀ ਹੈ ਉਸ ਮੁੱਦੇ ਤੇ ਚੁੱਪ ਧਾਰੀ ਹੋਈ ਹੈ। ਇਹੀ ਪਹੁੰਚ ਭਾਰਤ ਦੇ ਚੀਨ ਬਾਰੇ ਵੀ ਅਪਣਾਈ ਹੋਈ ਹੈ ਅਤੇ ਉਸ ਬਾਰੇ ਵੀ ਭਾਰਤ ਚੁੱਪ ਰਹਿੰਦਾ ਹੈ। ਇਸ ਸੰਬੰਧੀ ਹੋਰ ਵੀ ਜਾਣਕਾਰੀ ਕੈਨੇਡਾ ਦੇ ਮੀਡੀਆ ਅਦਾਰੇ CBC ਨੇ ਸਾਂਝੀ ਕੀਤੀ ਹੈ। ਇਸ ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਨੇਡਾ ਦੀ ਸਰਕਾਰ ਨੇ ਮਹੀਨਾ ਭਰ ਚੱਲੀ ਪੜਤਾਲ ਦੌਰਾਨ ਇਨਸਾਨਾਂ ਅਤੇ ਸਿਗਨਲਾਂ ਦੇ ਜ਼ਰੀਏ ਪ੍ਰਸਾਰਿਤ ਹੋਈਆਂ ਖੂਫੀਆ ਜਾਣਕਾਰੀਆਂ ਹਾਸਲ ਕੀਤੀਆਂ ਨੇ। ਇਸ ਜਾਣਕਾਰੀ ਦੇ ਵਿੱਚ ਭਾਰਤੀ ਅਧਿਕਾਰੀਆਂ ਅਤੇ ਡਿਪਲੋਮੈਟਾਂ ਦੇ ਦਰਮਿਆਨ ਹੋਇਆ ਸੰਚਾਰ ਸ਼ਾਮਿਲ ਹੈ। ਇਹ ਵੀ ਦੱਸਿਆ ਗਿਆ ਕਿ ਕੈਨੇਡਾ ਦੇ ਅਧਿਕਾਰੀ ਵੀ ਕਈ ਵਾਰ ਭਾਰਤ ਗਏ ਤੇ ਇੱਥੋਂ ਦੀ ਸਰਕਾਰ ਕੋਲ ਜਾਂਚ ਵਿੱਚ ਸਹਿਯੋਗ ਮੰਗਿਆ। ਇਹ ਖੂਫੀਆ ਜਾਣਕਾਰੀ ਕੈਨੇਡਾ ਨੇ ਇਕੱਲਿਆਂ ਹਾਸਲ ਨਹੀਂ ਕੀਤੀ, ਸਗੋਂ ਕੈਨੇਡਾ ਨੇ ਇਹ ਖੂਫੀਆ ਜਾਣਕਾਰੀ ਅਮਰੀਕਾ ਨਾਲ ਨੇੜੇ ਹੋ ਕੇ ਕੰਮ ਕਰਦਿਆਂ ਇਕੱਠਿਆਂ ਹਾਸਲ ਕੀਤੀ। ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਤੇ ਇੰਟੈਲੀਜੈਂਸ ਦੇ ਸਲਾਹਕਾਰ ਜੋਡੀ ਥਾਮਸ ਅਗਸਤ ਵਿੱਚ ਮੱਧ ਭਾਰਤ ਅੰਦਰ 4 ਦਿਨ ਰਹੇ। ਇਸ ਮਹੀਨੇ ਵਿੱਚ ਉਹ 5 ਦਿਨ ਭਾਰਤ ਰੁਕੀ। ਜਦੋਂ ਉਸ ਦੀਆਂ ਮੀਟਿੰਗਾਂ ਭਾਰਤ ਦੇ ਅਧਿਕਾਰੀਆਂ ਨਾਲ ਹੋਈਆਂ ਤਾਂ ਕਿਸੇ ਨੇ ਵੀ ਅਜਿਹੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ। ਇਸ ਰਿਪੋਰਟ ਦੇ ਵਿੱਚ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਬਿਊਰੋ ਰਿਪੋਰਟ, ਸਤਲੁਜ ਚੈਨਲ। ਕੈਨੇਡਾ ਬਨਾਮ ਭਾਰਤ ਵਿਵਾਦ ਉੱਤੇ ਜਿੱਥੇ ਕੈਨੇਡਾ ਦੇ ਨਾਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਖੜੀਆਂ ਨੇ, ਤਾਂ ਉੱਥੇ ਹੀ ਭਾਰਤ ਨੂੰ ਹੁਣ ਬੰਗਲਾਦੇਸ਼ ਦਾ ਸਹਾਰਾ ਮਿਲਿਆ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ AK ਅਬਦੁਲ ਮੋਮੇਨ ਨੇ ਕਿਹਾ ਹੈ ਕਿ ਉਹਨਾਂ ਨੂੰ ਭਾਰਤ ਉੱਤੇ ਮਾਣ ਹੈ ਅਤੇ ਭਾਰਤ ਕਦੇ ਵੀ ਅਜਿਹੀਆਂ ਹਰਕਤਾਂ ਨਹੀਂ ਕਰ ਸਕਦਾ। Lot of hopes of the 70th UNGA. Most of the whole world is divided, and we believe Bangladesh's immediate challenge is also climate change. We have this price inflation across nations, energy insecurity, food insecurity, you see, and there is a threat of war, even threat of a nuclear war. So there are so many problems. So naturally we thought an institution like United Nations, there through dialogue and discussion, those issues could be resolved. But unfortunately, till now, we couldn't achieve much progress. I must say the India summit was much better. G20 summit in India was more precise, to the point, the way they manage, because particularly this art, we must save this planet Earth. India organizes wonderfully the art, family and future. Here we are discussing about future, but big issue is also the sustainable development goals. And unfortunately, when this was adopted, at the time development partners agreed to provide enough means of implementation. I mean technology transfer and mobilization of resources. But unfortunately, that goal number 17 means is not. It's a very disappointing performance by our development partner. India, you see this G20 in India, as I said, it was more pointed, to the point, and that created real, an euphoria to come up with strategies to achieve, the goals. And India became the leader of the global south. Just last question, the inclusion of African Union, what will you say on that? Yeah, I think this is good. Africa is a big continent. They have been ignored for years. While, in European Union, they are powerful. They have 2 representation, European Union and European Council. So I think India has done a good job by including African Union as a member of G20. I think it is very sad. I don't know the detail of it, so I cannot make any comment. But we believe, we are very proud of India because they don't do immature things. We have a very solid relationship with India, and these are based on values and principles. So this is a sad episode. I hope this would end up.
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਦਿੱਤੇ ਭਾਸ਼ਣ ਦੇ ਵਿੱਚ ਅਮਰੀਕਾ ਅਤੇ ਹੋਰਾਂ ਪੱਛਮੀ ਮੁਲਕਾਂ ਦੀ ਸਖਤ ਨਿਖੇਧੀ ਕੀਤੀ, ਪਰ ਉਹਨਾਂ ਯੂਕਰੇਨ ਦੇ ਵਿੱਚ ਆਪਣੇ ਮੁਲਕ ਵੱਲੋਂ ਛੇੜੀ ਜੰਗ ਦਾ ਜ਼ਿਕਰ ਨਹੀਂ ਕੀਤਾ। ਰੂਸੀ ਆਗੂ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਸ ਦੇ ਪੱਛਮੀ ਸਾਥੀ ਲਗਾਤਾਰ ਟਕਰਾਅ ਨੂੰ ਸ਼ਹਿ ਦੇ ਰਹੇ ਨੇ, ਜਿਸ ਦੇ ਨਾਲ ਮਨੁੱਖਤਾ ਇੱਕ ਨਕਲੀ ਢੰਗ ਦੇ ਨਾਲ ਵੰਡੀ ਜਾ ਰਹੀ ਹੈ ਅਤੇ ਨਵੀਆਂ ਧੜੇਬੰਦੀਆਂ ਬਣ ਰਹੀਆਂ ਨੇ, ਜਿਸ ਦੇ ਨਾਲ ਮਾਹੌਲ ਸੁਧਰਨ ਦੀ ਥਾਂ ਲਗਾਤਾਰ ਖਰਾਬ ਹੋ ਰਿਹਾ ਹੈ। ਨਗੋਰਨੋ ਕਾਰਾਬਾਖ ਤੋਂ 1,20,000 ਨਸਲੀ ਅਰਮੀਨੀਆ ਦੇ ਲਈ ਰਵਾਨਾ ਹੋਣਗੇ, ਕਿਉਂਕਿ ਉਹ ਅਜ਼ਰਬਾਈਜਾਨ ਦੇ ਹਿੱਸੇ ਵਜੋਂ ਨਹੀਂ ਰਹਿਣਾ ਚਾਹੁੰਦੇ ਅਤੇ ਨਸਲੀ ਹਿੰਸਾ ਤੋਂ ਡਰਦੇ ਨੇ। ਕਬਜ਼ੇ ਵਾਲੇ ਖੇਤਰ ਦੀ ਲੀਡਰਸ਼ਿਪ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਰਮੀਨੀਆ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ ਚੱਲੇ ਸੰਘਰਸ਼ ਦੇ ਵਿੱਚ ਅਜ਼ਰਬਾਈਜਾਨ ਦੁਆਰਾ ਹਾਰ ਤੋਂ ਬਾਅਦ ਕਾਰਬਾਖ ਅਰਮੀਨੀਆਈ ਖੇਤਰ ਛੱਡਣ ਦੀ ਸੰਭਾਵਨਾ ਹੈ ਅਤੇ ਅਰਮੀਨੀਆ ਉਹਨਾਂ ਨੂੰ ਜਜ਼ਬ ਕਰਨ ਲਈ ਤਿਆਰ ਹੈ। ਅਜ਼ਰਬਾਈਜਾਨ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਅਧਿਕਾਰਾਂ ਦੀ ਗਾਰੰਟੀ ਦੇਵੇਗਾ ਅਤੇ ਖੇਤਰ ਨੂੰ ਏਕੀਕ੍ਰਿਤ ਕਰੇਗਾ, ਪਰ ਅਰਮੇਨੀਅਨ ਕਹਿੰਦੇ ਨੇ ਕਿ ਉਹ ਦਮਨ ਤੋਂ ਡਰਦੇ ਹਨ। 7 ਸਾਲਾਂ ਦੀ ਪੁਲਾੜ ਯਾਤਰਾ ਉਸ ਵੇਲੇ ਆਪਣੇ ਸਿਖਰ ਉੱਤੇ ਪਹੁੰਚ ਗਈ ਜਦੋਂ ਇਕੱਠੇ ਕੀਤੇ ਗਏ ਸਭ ਤੋਂ ਵੱਡੇ ਗ੍ਰਹਿ ਨਮੂਨੇ ਨੂੰ ਲੈ ਕੇ ਨਾਸਾ ਦਾ ਇੱਕ ਕੈਪਸੂਲ ਅਮਰੀਕਾ ਦੇ ਉਟਾਹ ਦੇ ਮਾਰੂਥਲ ਵਿਗਿਆਨੀਆਂ ਨੂੰ ਇਸ ਨਮੂਨੇ ਤੋਂ ਬਹੁਤ ਉਮੀਦਾਂ ਨੇ। ਉਹ ਕਹਿੰਦੇ ਨੇ ਕਿ ਇਹ ਸਾਡੇ ਸੂਰਜੀ ਸਿਸਟਮ ਦੇ ਗਠਨ ਅਤੇ ਧਰਤੀ ਦੇ ਰਹਿਣ ਯੋਗ ਕਿਵੇਂ ਬਣ ਗਈ ਹੈ, ਇਸ ਬਾਰੇ ਬਿਹਤਰ ਸਮਝ ਪ੍ਰਦਾਨ ਕਰੇਗਾ। US ਸਪੇਸ ਏਜੰਸੀ ਨੇ ਟਵੀਟ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ 3.86 ਬਿਲੀਅਨ ਮੀਲ ਯਾਤਰਾ ਸੰਯੁਕਤ ਰਾਜ ਦਾ ਆਪਣੀ ਕਿਸਮ ਦਾ ਪਹਿਲਾ ਨਮੂਨਾ ਵਾਪਸੀ ਮਿਸ਼ਨ ਹੈ। ਨਾਸਾ ਦੇ ਮੁਖੀ ਬਿਲ ਨੇਲਸਨ ਨੇ ਮਿਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਹੈ ਕਿ ਗ੍ਰਹਿ ਦੀ ਧੂੜ ਵਿਗਿਆਨੀਆਂ ਨੂੰ ਸਾਡੇ ਸੂਰਜੀ ਸਿਸਟਮ ਦੀ ਸ਼ੁਰੂਆਤ ਵਿੱਚ ਇੱਕ ਅਸਧਾਰਨ ਝਲਕ ਦੇਵੇਗੀ। The room and on the phone line. We have with us Lori Glaze, who is the principal investigator at the University of Arizona in Tucson. Next, we have Mike Moore for deep space exploration at Lockheed Martin in Littleton, Colorado. And finally, who is the chief scientist at NASA's Johnson Space Center in Houston, Texas. How well or they behaved. We have our hands on the heat shield and the back shell, and we can prove that. Tell anything, and they wouldn't let me shake it like a kid in Christmas trying to see what I can hear inside there yet. These samples are an amazing treasure trove for generations, but we currently have a team of spacecraft engineers, scientists, and curatorial personnel working right now in a temporary clean room here at Dugway to make the sample capsule ready for transport down to the Johnson Space Center so that we can open it up and reveal this treasure. And then we heard main chute detected, and I literally broke into tears. I mean, and I'm probably going to do it right now just thinking about it, because that was the moment I knew we made it home. And, you know, I'm weary at this point. I've been thinking about this and focusing on it, and all of my energy and all of my will has gone into making this thing a success. And I knew the moment the chute opened, that was it. We knew what to do from that point forward. There was no surprises left, and it was overwhelming relief, gratitude, pride, awe, and really trying to convince myself that I wasn't dreaming. And I can't say I couldn't be more proud. And just to remind you, not only did we bring this mission in on schedule, under budget, and delivered more science than we had even thought was possible with the encounter with Bennu, but we think we've got a lot of sample in that science canister, and we can't wait to crack into it. For me, the real science is just beginning. In fact, we're more worried about Earth biology contaminating the sample. The key objective for me, and one of the driving objectives of this program, is to try to understand, did carbon-rich asteroids like Bennu deliver the compounds that may have led to the origin of life on our planet, the origin of Earth as a habitable world? And so we don't want biological organisms interacting with this, so we plan to exclude it from any contact with bacteria or anything else that might compromise our scientific investigation. Otherwise, it looked perfect. There was no sign of any damage or distortion to the heat shield or the back shell that we could see. There was a little bit of char left in the tiny little crater that it made, literally like about this big across. So it was pretty much, we stuck the landing, and that's what OREX has done consistently, so I wasn't too surprised. But it was like seeing an old friend that you hadn't seen for a long time, and it was great to see it. It was just great to see it. I did want to give it a hug.
32 ਸਾਲ ਦੀ ਉਮਰ ਦੇ ਵਿੱਚ ਵੈਨਜ਼ੂਏਲਾ ਦੇ ਵਸਨੀਕ ਵਿਕਟਰ ਮੈਨੂਅਲ ਅਟੈਂਸੀਓ ਨੇ ਕਈ ਮੁਸ਼ਕਲਾਂ ਸਰ ਕਰਦਿਆਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸ ਕਰ ਲਿਆ ਹੈ। ਆਪਣਾ ਤਜਰਬਾ ਸਾਂਝਾ ਕਰਦਿਆਂ ਉਹਨਾਂ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿੱਚ ਪ੍ਰਵਾਸ ਕਰਨ ਦਾ ਫੈਸਲਾ ਮੁਸ਼ਕਲਾਂ ਭਰਿਆ ਸੀ, ਜਿਸ ਦੇ ਵਿੱਚ 2 ਮਹੀਨੇ ਲੱਗ ਗਏ ਅਤੇ ਲਗਭਗ 3000 ਮੀਲ ਦੇ ਸਫ਼ਰ ਦੇ ਵਿੱਚ ਉਸਦੇ ਸਾਹਮਣੇ ਕਈ ਪਰੇਸ਼ਾਨੀਆਂ ਅਤੇ ਚੁਣੌਤੀਆਂ ਆਈਆਂ। ਉਹਨਾਂ ਨੇ AIP ਨੂੰ ਦੱਸਿਆ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਮਾਰਦੇ ਹੋਏ ਆਖਿਰਕਾਰ ਮੈਕਸੀਕੋ ਤੋਂ ਟੈਕਸਾਸ ਦੇ ਈਗਲ ਪਾਸ ਨੂੰ ਪਾਰ ਕੀਤਾ ਅਤੇ ਫਿਰ ਅਮਰੀਕਾ ਦੀ ਧਰਤੀ ਉੱਤੇ ਪੈਰ ਰੱਖਿਆ। ਉਸਨੇ ਜੰਗਲ ਦੇ ਰਸਤੇ ਤੇ ਖੌਫਨਾਕ ਤਜਰਬੇ ਵੀ ਸਾਂਝੇ ਕੀਤੇ। ਐਟੈਂਸੀਓ ਨੇ ਪੱਛਮੀ ਵੈਨਜ਼ੂਏਲਾ ਦੇ 31 ਦੇਸ਼ ਵਾਸੀਆਂ ਦੇ ਨਾਲ 30 ਜੁਲਾਈ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ। ਉਸ ਵਾਂਗ ਉਹ ਨਿਕੋਲਸ ਮਾਦੂਰੋ ਦੀ ਸਰਕਾਰ ਤੋਂ ਅੱਕ ਚੁੱਕੇ ਸਨ, ਜਿਸ ਦਾ ਸ਼ਾਸਨ ਰਾਜਨੀਤਿਕ ਉਥਲ-ਪੁਥਲ ਅਤੇ ਆਰਥਿਕ ਪਤਨ ਦੁਆਰਾ ਦਰਸਾਇਆ ਗਿਆ। ਉਸ ਦੇ ਲਈ ਚੀਜ਼ਾਂ ਖਾਸ ਤੌਰ ਉੱਤੇ ਤਣਾਅਪੂਰਨ ਸਨ ਜਦੋਂ ਉਹ ਨਿਕਾਰਾਗੁਆ ਅਤੇ ਗੁਆਟੇਮਾਲਾ ਦੇ ਵਿੱਚੋਂ ਲੰਘਿਆ, ਜਿੱਥੇ ਉਸਨੇ ਕਿਹਾ ਹੈ ਕਿ ਉਸ ਨੂੰ ਵਾਰ-ਵਾਰ ਲੁੱਟਿਆ ਗਿਆ ਸੀ। ਰਿਸ਼ਵਤ ਅਤੇ ਜ਼ਬਰਦਸਤੀ ਦੇ ਵਿਚਕਾਰ ਐਟੈਂਸੀਓ ਨੇ ਕਿਹਾ ਹੈ ਕਿ ਉਸਨੇ $3000 ਗੁਆ ਦਿੱਤੇ ਨੇ। ਦੱਖਣੀ ਚੀਨ ਦੇ ਗੋਈਜੂ ਸੂਬੇ ਦੇ ਪੰਜੋਊ ਸ਼ਹਿਰ ਦੇ ਵਿੱਚ ਕੋਲੇ ਦੀ ਖਾਨ ਦੇ ਵਿੱਚ ਹਾਦਸਾ ਵਾਪਰਿਆ। ਇਸ ਭਿਆਨਕ ਹਾਦਸੇ ਵਿੱਚ ਕਰੀਬ 16 ਮਜ਼ਦੂਰਾਂ ਦੀ ਮੌਤ ਹੋਈ। ਇਹ ਸਾਰੇ ਰਿਫਾਈਨਡ ਕੋਲਾ ਕੰਪਨੀ ਦੇ ਕਰਮਚਾਰੀ ਸਨ। ਖਾਨ ਦੇ ਮਾਲਕ ਨੇ ਸ਼ੰਘਾਈ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ੰਘਾਈ ਸਥਿਤ ਕਮੋਡਿਟੀ ਕੰਸਲਟੈਂਸੀ ਮਾਈ ਸਟਾਈਲ ਮੁਤਾਬਕ ਇਸ ਹਾਦਸੇ ਤੋਂ ਬਾਅਦ ਪੰਜੋਊ ਸ਼ਹਿਰ ਦੀਆਂ ਸਾਰੀਆਂ ਕੋਲਾ ਖਾਣਾਂ ਦੇ ਵਿੱਚ ਕੰਮ 1 ਦਿਨ ਲਈ ਰੋਕ ਦਿੱਤਾ ਗਿਆ। ਮਾਈਨ ਸੇਫਟੀ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਹਾਦਸੇ ਦੇ ਹਾਲਾਤਾਂ ਬਾਰੇ ਅਜੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਮਾਈ ਸਟਾਈਲ ਕੰਪਨੀ ਦੇ ਅਨੁਸਾਰ ਖੇਤਰ ਦੀ ਕੁੱਲ ਉਤਪਾਦਨ ਸਮਰੱਥਾ ਪ੍ਰਤੀ ਸਾਲ ਲਗਭਗ 52.5 ਮਿਲੀਅਨ ਮੀਟ੍ਰਿਕ ਟਨ ਹੈ। ਜ਼ਿਆਦਾਤਰ ਚੀਨ ਦੀ ਕੋਕਿੰਗ ਕੋਲਾ ਉਤਪਾਦਨ ਸਮਰੱਥਾ ਦਾ ਲਗਭਗ ਇਹ 5% ਬਣਦਾ ਹੈ। ਸਰਕਾਰੀ ਮਾਲਕੀ ਵਾਲਾ ਕੋਲਾ ਕੰਪਨੀ ਨੇ ਆਪਣੀਆਂ ਸਾਰੀਆਂ ਖਾਣਾਂ ਉੱਤੇ ਸੁਰੱਖਿਆ ਜਾਂਚ ਦੇ ਆਦੇਸ਼ ਦਿੱਤੇ ਨੇ। ਇਸ ਤੋਂ ਇਲਾਵਾ ਸੁਰੱਖਿਅਤ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਵੀ ਕਈ ਉਪਾਅ ਕੀਤੇ ਗਏ ਨੇ। ਕੰਪਨੀ ਲਗਭਗ 17.3 ਮਿਲੀਅਨ ਟਨ ਦੀ ਕੁੱਲ ਸਮਰੱਥਾ ਵਾਲੀਆਂ 7 ਕੋਲੇ ਦੀਆਂ ਖਾਣਾਂ ਦਾ ਸੰਚਾਲਨ ਕਰਦੀ ਹੈ। ਮਾਈਸਟਾਲ ਦੇ ਅਨੁਸਾਰ ਜਿਸ ਖਾਨ ਦੇ ਵਿੱਚ ਇਹ ਹਾਦਸਾ ਹੋਇਆ ਉਸ ਦੀ ਸਾਲਾਨਾ ਸਮਰੱਥਾ 3.1 ਮਿਲੀਅਨ ਟਨ ਹੈ। ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿੱਚ ਸਵੇਰੇ ਇੱਕ ਯਾਤਰੀ ਰੇਲ ਗੱਡੀ ਅਤੇ ਇੱਕ ਮਾਲ ਗੱਡੀ ਦਰਮਿਆਨ ਇੱਕ ਟੱਕਰ ਹੋਈ, ਜਿਸ ਦੇ ਵਿੱਚ 31 ਲੋਕ ਜ਼ਖਮੀ ਹੋਏ। ਸਰਕਾਰੀ ਬਚਾਅ ਸੰਗਠਨ ਰੈਸਕਿਊ 1122 ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਰਾਜਧਾਨੀ ਲਾਹੌਰ ਦੇ ਵਿੱਚ ਰੈਸਕਿਊ ਹੈੱਡਕੁਆਰਟਰ ਦੇ ਸ਼ਿਫਟ ਇੰਚਾਰਜ ਮੁਹੰਮਦ ਅਤੀਕ ਨੇ ਦੱਸਿਆ ਹੈ ਕਿ ਹਾਦਸਾ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਰੇਲਵੇ ਕਰਮਚਾਰੀਆਂ ਦੀ ਸੰਭਾਵਿਤ ਲਾਪਰਵਾਹੀ ਕਾਰਨ ਵਾਪਰਿਆ। ਉਹਨਾਂ ਕਿਹਾ ਹੈ ਕਿ ਰੇਲਵੇ ਕਰਮਚਾਰੀ ਯਾਤਰੀ ਟ੍ਰੇਨ ਦਾ ਟਰੈਕ ਬਦਲਣ ਦੇ ਵਿੱਚ ਅਸਫਲ ਰਹੇ ਅਤੇ ਮੀਆਂਵਾਲੀ ਤੋਂ ਲਾਹੌਰ ਆ ਰਹੀ ਯਾਤਰੀ ਟ੍ਰੇਨ ਉਸ ਟਰੈਕ ਉੱਤੇ ਚੱਲਦੀ ਰਹੀ, ਜਿਸ ਉੱਤੇ ਮਾਲ ਗੱਡੀ ਪਹਿਲਾਂ ਹੀ ਖੜੀ ਸੀ। ਉਹਨਾਂ ਕਿਹਾ ਹੈ ਕਿ ਯਾਤਰੀ ਟ੍ਰੇਨ ਹੌਲੀ ਰਫ਼ਤਾਰ ਦੇ ਨਾਲ ਚੱਲ ਰਹੀ ਸੀ, ਜਿਸ ਕਾਰਨ ਨੁਕਸਾਨ ਘੱਟ ਹੋਇਆ। ਹਾਦਸੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਉਹਨਾਂ ਨੇ ਕਿਹਾ ਹੈ ਕਿ 31 ਜ਼ਖਮੀਆਂ ਨੂੰ ਮੌਕੇ ਉੱਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ ਗੰਭੀਰ ਰੂਪ ਦੇ ਨਾਲ ਜ਼ਖਮੀ 5 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਰੇਲਵੇ ਸੂਤਰਾਂ ਨੇ ਦੱਸਿਆ ਹੈ ਕਿ ਇੱਕ ਟੀਮ ਮੌਕੇ ਉੱਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਇਹ ਰੇਲਵੇ ਮੁਲਾਜ਼ਮਾਂ ਦੀ ਅਣਗਹਿਲੀ ਨਿਕਲੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ ਤੇ ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ।